ਬਿਸਮਿਲ੍ਲਾਹਿਰਰਹਿਮਾनिर्रहीम अस्सलाम वालेकुम दोस्तों। ਕੀ ਹਾਲ ਹੈ ਸਾਰਿਆਂ ਦਾ। ਉਮੀਦ ਹੈ ਤੁਸੀਂ ਤੇ ਤੁਹਾਡੇ ਸਾਰੇ ਜਾਨਵਰ ਅੱਲਾ ਦੇ ਫਜ਼ਲ ਦੇ ਨਾਲ ਖੈਰੀਅਤ ਨਾਲ ਹੋਣਗੇ। ਦੋਸਤੋ ਅੱਜ ਦੀ ਵੀਡੀਓ ਬਹੁਤ ਖਾਸ ਹੈ ਕਿਉਂਕਿ ਇਹ ਉਹ ਟਾਈਮ ਹੈ ਜਦੋਂ ਬੱਕਰੀਆਂ ਦੀ ਕ੍ਰਾਸਿੰਗ ਸ਼ੁਰੂ ਹੋ ਜਾਂਦੀ ਹੈ। ਜੇ ਇਸ ਮੌਸਮ ਦੇ ਵਿੱਚ ਸਹੀ ਪਲਾਨਿੰਗ ਕਰ ਲਈ ਜਾਏ ਤੇ ਅਗਲੇ ਸਾਲ ਫਾਰਮ ਦੀ ਆਮਦਨੀ ਕਾਫੀ ਬਿਹਤਰ ਹੋ ਸਕਦੀ ਹੈ, ਪਰ ਜੇ ਗਲਤੀ ਹੋ ਜਾਵੇ ਤੇ ਪੂਰਾ ਸਾਲ ਨੁਕਸਾਨ ਵੀ ਉਠਾਉਣਾ ਪੈ ਸਕਦਾ ਹੈ। ਇਸ ਲਈ ਅੱਜ ਦੀ ਵੀਡੀਓ ਆਖਰ ਤੱਕ ਜ਼ਰੂਰ ਵੇਖਿਓ ਕਿਉਂਕਿ ਮੈਂ ਉਹ ਗੱਲਾਂ ਦੱਸਾਂਗਾ ਜੋ ਆਮ ਤੌਰ 'ਤੇ ਕੋਈ ਨਹੀਂ ਦੱਸਦਾ। ਸਭ ਤੋਂ ਪਹਿਲਾਂ ਇਹ ਸਮਝ ਲਓ ਕਿ ਹਰ ਬੱਕਰੀ ਨੂੰ ਕ੍ਰਾਸਿੰਗ ਲਈ ਤਿਆਰ ਸਮਝ ਲੈਣਾ ਗਲਤ ਹੈ। ਜੇ ਬੱਕਰੀ ਕਮਜ਼ੋਰ ਹੈ, ਬਿਮਾਰ ਹੈ ਜਾਂ ਉਮਰ ਪੂਰੀ ਨਹੀਂ ਹੋਈ ਤੇ ਉਹਨੂੰ ਬੱਕਰੇ ਦੇ ਕੋਲ ਨਹੀਂ ਛੱਡਣਾ ਚਾਹੀਦਾ। ਇਸ ਦੇ ਨਾਲ ਸਿਰਫ ਹਮਲ ਠਹਿਰਨ ਦੇ ਚਾਂਸ ਘਟ ਜਾਂਦੇ ਨੇ, ਬਲਕਿ ਬੱਕਰੀ ਦੀ ਸਿਹਤ ਵੀ ਖਰਾਬ ਹੋ ਜਾਂਦੀ ਹੈ। ਤੇ ਹੁਣ ਗੱਲ ਕਰਦੇ ਹਾਂ, ਜਦੋਂ ਬੱਕਰੀ ਹੀਟ 'ਤੇ ਆਉਂਦੀ ਹੈ ਤਾਂ ਉਹਦੀਆਂ ਕੀ ਨਿਸ਼ਾਨੀਆਂ ਹੁੰਦੀਆਂ ਨੇ। ਜਦੋਂ ਬੱਕਰੀ ਬਾਰ-ਬਾਰ ਆਵਾਜ਼ਾਂ ਕੱਢਦੀ ਹੈ, ਦੁਮ ਹਿਲਾਉਂਦੀ ਹੈ, ਖੁਰਾਕ ਥੋੜ੍ਹੀ ਘੱਟ ਖਾਂਦੀ ਹੈ, ਬਾਰ-ਬਾਰ ਬੱਕਰੇ ਦੇ ਕੋਲ ਜਾਣ ਦੀ ਕੋਸ਼ਿਸ਼ ਕਰਦੀ ਹੈ ਜਾਂ ਬੇਚੈਨ ਰਹਿੰਦੀ ਹੈ, ਤੇ ਸਮਝ ਲਓ ਇਹ ਕ੍ਰਾਸਿੰਗ ਦਾ ਸਹੀ ਵਕਤ ਹੈ। ਦੋਸਤੋ, ਇੱਕ ਬਹੁਤ ਵੱਡੀ ਗਲਤੀ ਇਹ ਹੁੰਦੀ ਹੈ ਕਿ ਲੋਕ ਹਰ ਕਿਸਮ ਦਾ ਬੱਕਰਾ ਇਸਤੇਮਾਲ ਕਰ ਲੈਂਦੇ ਨੇ। ਯਾਦ ਰੱਖੋ, ਬੱਕਰਾ ਅੱਧੀ ਨਸਲ ਹੁੰਦਾ ਹੈ। ਜੇ ਬੱਕਰਾ ਮਜ਼ਬੂਤ, ਸਿਹਤਮੰਦ ਅਤੇ ਅੱਛੀ ਨਸਲ ਦਾ ਹੋਵੇਗਾ ਤੇ ਪੈਦਾ ਹੋਣ ਵਾਲੇ ਬੱਚੇ ਵੀ ਜ਼ਿਆਦਾ ਤਾਕਤਵਰ ਅਤੇ ਬਿਹਤਰ ਹੋਣਗੇ। ਜੇ ਤੁਸੀਂ ਆਪਣੇ ਫਾਰਮ ਲਈ ਆਇੰਦਾ 2 ਜਾਂ 3 ਸਾਲ ਦੀ ਪਲਾਨਿੰਗ ਕਰਨਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਆਪਣੇ ਬੱਕਰੇ ਦੇ ਉੱਤੇ ਸਰਮਾਇਆ ਲਗਾਓ, ਕਿਉਂਕਿ ਅੱਛਾ ਬੱਕਰਾ ਖਰਚਾ ਨਹੀਂ ਬਲਕਿ ਸਰਮਾਇਆਕਾਰੀ ਹੈ। ਕ੍ਰਾਸਿੰਗ ਤੋਂ ਪਹਿਲੇ ਬੱਕਰੀਆਂ ਨੂੰ ਅੱਛੀ ਖੁਰਾਕ ਦੇਣਾ ਬਹੁਤ ਜ਼ਰੂਰੀ ਹੈ। ਸਬਜ਼ ਚਾਰਾ, ਖੁਸ਼ਕ ਚਾਰਾ, ਸਾਫ਼ ਪਾਣੀ, ਮਿਨਰਲ ਮਿਕਸਚਰ ਵਗੈਰਾ ਜਾਂ ਦਾਣਾ, ਵੰਡਾ, ਇਹ ਸਾਰੀਆਂ ਚੀਜ਼ਾਂ ਬੱਕਰੀ ਨੂੰ ਹਮਲ ਲਈ ਤਿਆਰ ਕਰਦੀਆਂ ਨੇ। ਨਾਲ ਇਹ ਵੀ ਯਾਦ ਰੱਖੋ ਕਿ ਕ੍ਰਾਸਿੰਗ ਤੋਂ ਪਹਿਲੇ ਬੱਕਰੀਆਂ ਦੀ ਡੀਵਰਮਿੰਗ ਅਤੇ ਵੈਕਸੀਨ ਡਾਕਟਰ ਦੇ ਮਸ਼ਵਰੇ ਦੇ ਨਾਲ ਮੁਕੰਮਲ ਹੋਣੀ ਚਾਹੀਦੀ ਹੈ, ਕਿਉਂਕਿ ਸਿਹਤਮੰਦ ਮਾਂ ਹੀ ਸਿਹਤਮੰਦ ਬੱਚੇ ਪੈਦਾ ਕਰਦੀ ਹੈ। ਦੋਸਤੋ, ਮੈਂ ਹਮੇਸ਼ਾ ਇਹ ਗੱਲ ਕਹਿਣਾ ਵਾਂ ਕਿ ਗੋਟ ਫਾਰਮਿੰਗ ਦੇ ਵਿੱਚ ਜਲਦਬਾਜ਼ੀ ਨਹੀਂ ਚੱਲਦੀ। ਜਿਹੜਾ ਫਾਰਮਰ ਸਬਰ ਕਰਦਾ ਹੈ, ਰਿਕਾਰਡ ਰੱਖਦਾ ਹੈ ਅਤੇ ਜਾਨਵਰਾਂ ਦੀ ਸਹੀ ਦੇਖਭਾਲ ਕਰਦਾ ਹੈ, ਕਾਮਯਾਬੀ ਆਖਰ ਉਹਦੇ ਕਦਮ ਚੁੰਮਦੀ ਹੈ। ਦੋਸਤੋ, ਹੁਣ ਗੱਲ ਕਰਦੇ ਹਾਂ ਉਹਨਾਂ ਗਲਤੀਆਂ ਦੀ ਜਿਹੜੀਆਂ ਅਕਸਰ ਫਾਰਮਰ ਕ੍ਰਾਸਿੰਗ ਦੇ ਮੌਸਮ ਦੇ ਵਿੱਚ ਕਰ ਬੈਠਦੇ ਨੇ। ਸਭ ਤੋਂ ਪਹਿਲੀ ਗਲਤੀ ਇਹ ਹੈ ਕਿ ਬੱਕਰੀ ਨੂੰ ਸਿਰਫ ਇੱਕ ਵਾਰੀ ਬੱਕਰੇ ਦੇ ਕੋਲ ਲੈ ਜਾ ਕੇ ਸਮਝ ਲਿਆ ਜਾਂਦਾ ਹੈ ਕਿ ਕ੍ਰਾਸਿੰਗ ਹੋ ਗਈ ਹੈ। ਹਾਲਾਂਕਿ ਕਈ ਵਾਰ ਬੱਕਰੀ ਨੂੰ ਸਹੀ ਵਕਤ 'ਤੇ ਦੁਬਾਰਾ ਬੱਕਰੇ ਦੇ ਕੋਲ ਲੈ ਜਾਣਾ ਪੈਂਦਾ ਹੈ। ਇਸ ਲਈ ਬੱਕਰੀ ਦੀ ਹੀਟ ਨੂੰ ਗੌਰ ਨਾਲ ਦੇਖਣਾ ਬਹੁਤ ਜ਼ਰੂਰੀ ਹੈ। ਅਤੇ ਦੂਜੀ ਗਲਤੀ ਹੈ ਕਮਜ਼ੋਰ ਜਾਂ ਬੁੱਢੇ ਬੱਕਰੇ ਦਾ ਇਸਤੇਮਾਲ। ਜੇ ਬੱਕਰਾ ਸਿਹਤਮੰਦ ਨਹੀਂਗਾ, ਠੀਕ ਨਹੀਂਗਾ, ਉਹਦਾ ਵਜ਼ਨ ਘੱਟ ਹੈ, ਉਹ ਬਿਮਾਰ ਰਹਿੰਦਾ ਹੈ ਅਤੇ ਹਮਲ ਠਹਿਰਨ ਦੇ ਇਮਕਾਨਾਤ ਵੀ ਘੱਟ ਜਾਂਦੇ ਨੇ। ਇਸ ਲਈ ਬੱਕਰੇ ਨੂੰ ਵੀ ਬਿਹਤਰੀਨ ਖੁਰਾਕ, ਸਾਫ਼ ਪਾਣੀ ਅਤੇ ਮੁਨਾਸਬ ਆਰਾਮ ਦੇਣਾ ਜ਼ਰੂਰੀ ਹੈ। ਇੱਕ ਹੋਰ ਆਮ ਗੱਲ, ਕ੍ਰਾਸਿੰਗ ਦੇ ਮੌਸਮ ਦੇ ਵਿੱਚ ਬੱਕਰੇ ਨੂੰ ਜ਼ਰੂਰਤ ਤੋਂ ਵੱਧ ਕੰਮ ਨਾ ਲਓ। ਜੇ ਇੱਕ ਹੀ ਦਿਨ ਦੇ ਵਿੱਚ ਬਹੁਤ ਸਾਰੀਆਂ ਬੱਕਰੀਆਂ ਨੂੰ ਬੱਕਰੇ ਦੇ ਕੋਲ ਛੱਡ ਦਿੱਤਾ ਜਾਵੇ ਤਾਂ ਬੱਕਰਾ ਥੱਕ ਸਕਦਾ ਹੈ ਅਤੇ ਨਤੀਜਾ ਵੀ ਮੁਤਾਸਰ ਹੋ ਸਕਦਾ ਹੈ। ਦੋਸਤੋ, ਜੇ ਤੁਹਾਡੇ ਫਾਰਮ ਉੱਤੇ ਮੁਖਤਲਿਫ ਨਸਲ ਦੀਆਂ ਬੱਕਰੀਆਂ ਨੇ ਤੇ ਪਹਿਲੇ ਇਹ ਫੈਸਲਾ ਕਰ ਲਓ ਕਿ ਤੁਸੀਂ ਅਗਲੀ ਨਸਲ ਕਿਹੜੀ ਰੱਖਣੀ ਹੈ। ਬਗੈਰ ਪਲਾਨਿੰਗ ਦੇ ਕ੍ਰਾਸਿੰਗ ਦੇ ਨਾਲ ਅਕਸਰ ਨਸਲ ਦੀ ਕੁਆਲਿਟੀ ਖਰਾਬ ਹੋ ਜਾਂਦੀ ਹੈ। ਕ੍ਰਾਸਿੰਗ ਤੋਂ ਬਾਅਦ ਬੱਕਰੀ ਦੀ ਖਾਸ ਦੇਖਭਾਲ ਕਰੋ, ਉਹਨੂੰ ਗੈਰ ਜ਼ਰੂਰੀ ਦੌੜ ਨਾ ਲਗਾਓ, ਲੰਬੇ ਸਫ਼ਰ ਤੋਂ ਬਚਾਓ ਅਤੇ ਚੰਗੀ ਖੁਰਾਕ ਜਾਰੀ ਰੱਖੋ। ਹਮਲ ਦੇ ਇਬਤਦਾਈ ਦਿਨ ਬਹੁਤ ਅਹਿਮ ਹੁੰਦੇ ਨੇ। ਖੁਰਾਕ ਦੇ ਵਿੱਚ ਸਬਜ਼ ਚਾਰਾ, ਖੁਸ਼ਕ ਚਾਰਾ, ਮਿਨਰਲ ਮਿਕਸਚਰ ਅਤੇ ਸਾਫ਼ ਪਾਣੀ ਲਾਜ਼ਮੀ ਰੱਖੋ। ਮੁਤਵਾਜ਼ਨ ਖੁਰਾਕ ਦੇ ਨਾਲ ਬੱਕਰੀ ਦੀ ਸਿਹਤ ਵੀ ਚੰਗੀ ਰਹਿੰਦੀ ਹੈ ਅਤੇ ਪੈਦਾ ਹੋਣ ਵਾਲਾ ਬੱਚਾ ਵੀ ਤਾਕਤਵਰ ਹੁੰਦਾ ਹੈ। ਇੱਕ ਹੋਰ ਗੱਲ ਜਿਹੜੀ ਮੈਂ ਹਮੇਸ਼ਾ ਕਹਿੰਦਾ, ਆਪਣੇ ਫਾਰਮ ਦਾ ਰਿਕਾਰਡ ਜ਼ਰੂਰ ਰੱਖਿਆ ਕਰੋ। ਹਰ ਬੱਕਰੀ ਦੀ ਕ੍ਰਾਸਿੰਗ ਦੀ ਤਾਰੀਖ, ਬੱਕਰੇ ਦਾ ਨੰਬਰ ਅਤੇ ਬਾਅਦ ਦੇ ਵਿੱਚ ਬੱਚੇ ਦੀ ਪੈਦਾਇਸ਼ ਦੀ ਤਾਰੀਖ ਲਿਖੋ। ਇਹ ਰਿਕਾਰਡ ਅਗਲੇ ਸਾਲ ਤੁਹਾਡੇ ਲਈ ਬਹੁਤ ਫਾਇਦਾਮੰਦ ਸਾਬਤ ਹੋਏਗਾ। ਅਤੇ ਆਖਰ ਦੇ ਵਿੱਚ ਸਿਰਫ ਇੰਨਾ ਕਹਿਣਾ ਚਾਹਾਂਗਾ ਕਿ ਕਾਮਯਾਬ ਗੋਟ ਫਾਰਮਿੰਗ ਸਿਰਫ ਜਾਨਵਰ ਰੱਖਣ ਦੇ ਨਾਲ ਨਹੀਂ ਹੁੰਦੀ, ਬਲਕਿ ਸਹੀ ਮਨਸੂਬਾਬੰਦੀ, ਮਿਹਨਤ, ਸਬਰ ਅਤੇ ਅੱਲਾਹ ਤਾਲਾ ਦੇ ਉੱਤੇ ਭਰੋਸੇ ਦੇ ਨਾਲ ਹੁੰਦੀ ਹੈ। ਇਨਸ਼ਾਅੱਲਾ ਜੇ ਤੁਸੀਂ ਇਹ ਗੱਲਾਂ ਅਪਣਾਓਗੇ ਤਾਂ ਅਗਲੀ ਕ੍ਰਾਸਿੰਗ ਦੇ ਵਿੱਚ, ਅਗਲੇ ਸੀਜ਼ਨ ਦੇ ਵਿੱਚ ਪਹਿਲੇ ਨਾਲੋਂ ਬਿਹਤਰ ਨਤੀਜੇ ਜ਼ਰੂਰ ਮਿਲਣਗੇ। ਵੀਡੀਓ ਪਸੰਦ ਆਵੇ ਤਾਂ ਲਾਈਕ ਜ਼ਰੂਰ ਕਰਿਓ। ਕਮੈਂਟ ਵਿੱਚ ਦੱਸੋ ਕਿ ਤੁਹਾਡੇ ਫਾਰਮ ਉੱਤੇ ਇਸ ਸਾਲ ਕਿੰਨੀਆਂ ਬੱਕਰੀਆਂ ਕ੍ਰਾਸ ਹੋਈਆਂ ਨੇ, ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਅੱਲਾਹ ਪਾਕ ਤੁਹਾਡੇ ਜਾਨਵਰਾਂ ਦੇ ਵਿੱਚ ਬਰਕਤ ਪਾਵੇ, ਬਿਮਾਰੀਆਂ ਤੋਂ ਮਹਿਫੂਜ਼ ਰੱਖੇ ਅਤੇ ਤੁਹਾਡੇ ਕਾਰੋਬਾਰ ਨੂੰ ਤਰੱਕੀ ਅਤਾ ਫਰਮਾਏ। ਅਸਲਾਮੁ ਅਲੈਕੁਮ ਵਰਹਿਮਤੁਲਾਹਿ ਵਬਰਕਾਤੁਹੂ।